Kanchan Outlook। ਸ਼ਲੋਕ। ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਉ ਜਾਏ। ਸੁਰਜਨੋ ਤੋਂ ਭਾਵ ਭਲੇ ਮਨੁੱਖੋ। ਗੁਰੂ ਜੀ ਸਾਨੂੰ ਇਹ ਹਦਾਇਤ ਕਰਦੇ ਹੋਏ ਜਾਂ ਸਾਨੂੰ ਸਲਾਹ ਦਿੰਦੇ ਹੋਏ ਕਹਿੰਦੇ ਹਨ ਕਿ ਹੇ ਭਲੇ ਮਨੁੱਖੋ, ਤਜੋ ਸਿਆਨਪ ਭਾਵ ਆਪਣੀ ਚਤੁਰਾਈ ਛੱਡੋ ਤੇ ਸਿਮਰੋ ਹਰ ਹਰ ਰਾਏ, ਤੇ ਉਸ ਅਕਾਲ ਪੁਰਖ ਨੂੰ ਸਿਮਰੋ। ਏਕ ਆਸ ਹਰ ਮਨ ਰੱਖੋ, ਉਸ ਇੱਕ ਪ੍ਰਭੂ ਦੀ ਆਸ ਆਪਣੇ ਮਨ ਦੇ ਵਿੱਚ ਰੱਖੋ। ਅਜਿਹਾ ਕਰਨ ਨਾਲ ਹੇ ਨਾਨਕ ਦੁੱਖ ਭਰਮ ਭਉ ਜਾਏ। ਸਾਡੇ ਦੁੱਖ, ਸਾਡੇ ਵਹਿਮ, ਸਾਡੇ ਡਰ ਦੂਰ ਹੋ ਜਾਂਦੇ ਹਨ। ਇਹ ਸਭ ਦੂਰ ਕਿਵੇਂ ਹੋ ਜਾਂਦਾ ਹੈ? ਜਦੋਂ ਅਸੀਂ ਹਰ ਵਕਤ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੀਏ, ਜਦੋਂ ਅਸੀਂ ਪਰਮਾਤਮਾ 'ਤੇ ਆਸ ਰੱਖੀਏ, ਸਾਨੂੰ ਇਸ ਗੱਲ ਦਾ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਕੁਝ ਵੀ ਵਾਪਰ ਰਿਹਾ ਹੈ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਵਾਪਰ ਰਿਹਾ ਹੈ। ਉਹਨੇ ਜੋ ਮੇਰੇ ਲਈ ਨਿਰਧਾਰਤ ਕੀਤਾ ਹੈ ਉਹ ਮੇਰੇ ਜੀਵਨ ਦੇ ਵਿੱਚ ਹੋ ਰਿਹਾ ਹੈ। ਇਸ ਕਰਕੇ ਅਸੀਂ ਡਰਦੇ ਨਹੀਂ, ਅਸੀਂ ਸਹਿਮਦੇ ਨਹੀਂ, ਤੇ ਨਾ ਹੀ ਸਾਨੂੰ ਕਿਸੇ ਵੀ ਵਰਤਾਰੇ ਦਾ ਦੁੱਖ ਲੱਗਦਾ ਹੈ। ਅਸ਼ਟਪਦੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਗੁਰੂ ਜੀ ਕਹਿੰਦੇ ਕਿ ਹੇ ਮੇਰੇ ਮਨ, ਕਿਸੇ ਵੀ ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ। ਮਾਨੁਖ ਕੀ ਟੇਕ ਭਾਵ ਮਨੁੱਖ ਦਾ ਆਸਰਾ, ਬਿਰਥੀ ਸਭ ਜਾਨ ਬਿਰਥਾ ਸਮਝ, ਬੇਅਰਥ ਸਮਝ, ਕਿਉਂਕਿ ਦੇਵਨ ਕਉ ਏਕੈ ਭਗਵਾਨ, ਇੱਕ ਅਕਾਲ ਪੁਰਖ ਹੀ ਹੈ ਜੋ ਸਭ ਜੀਵਾਂ ਨੂੰ ਸਭ ਕੁਝ ਦੇਣ ਦੇ ਸਮਰੱਥ ਹੈ, ਦਿੰਦਾ ਹੈ। ਜਿਸ ਕੈ ਦੀਐ ਰਹੈ ਅਕਾਏ। ਅਕਾਏ ਤੋਂ ਭਾਵ ਰੱਜਿਆ ਹੋਇਆ। ਜਿਸ ਦੇ ਦਿੱਤਿਆਂ ਮਨੁੱਖ ਰੱਜਿਆ ਰਹਿੰਦਾ ਹੈ। ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਤੇ ਮੁੜ ਉਸਨੂੰ ਕੋਈ ਲਾਲਚ ਆ ਕੇ ਦਬਾਉਂਦਾ ਨਹੀਂ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਮਾਰਨ ਵਾਲਾ ਵੀ ਤੇ ਪਾਲਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ। ਜੇਕਰ ਕੋਈ ਜੀਵ ਜਿਉਂ ਰਿਹਾ ਹੈ, ਜੀਵਤ ਹੈ, ਇਹ ਵੀ ਉਹਦੇ ਹੁਕਮ ਵਿੱਚ ਹੈ। ਜੇਕਰ ਕੋਈ ਮਰ ਗਿਆ ਹੈ, ਇਹ ਵੀ ਉਹਦੇ ਹੁਕਮ ਵਿੱਚ ਹੈ। ਮਨੁੱਖ ਦੇ ਹੱਥ ਵੱਸ ਕੁਝ ਨਹੀਂ ਹੈ। ਇਸ ਗੱਲ ਨੂੰ ਥੋੜ੍ਹੀ ਜਿਹੀ ਡੂੰਘਾਈ ਤੋਂ ਵਿਚਾਰਨ ਦੀ ਲੋੜ ਹੈ। ਸਾਨੂੰ ਲੱਗਦਾ ਹੈ ਕਿ ਮਨੁੱਖ ਦੇ ਹੱਥ ਵੱਸ ਕਾਫੀ ਕੁਝ ਹੈ। ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਜੀਵਨ ਨੂੰ ਵਧੀਆ ਢੰਗ ਦੇ ਨਾਲ ਬਤੀਤ ਕਰੀਏ, ਆਪਣੀ ਸਿਹਤ ਦਾ ਖਿਆਲ ਰੱਖੀਏ, ਬਿਮਾਰੀਆਂ ਤੋਂ ਬਚੇ ਰਹੀਏ ਤਾਂ ਅਸੀਂ ਜੀਵਤ ਰਹਾਂਗੇ। ਹਾਦਸਿਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰੀਏ। ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਉਹਦੇ ਬਾਰੇ ਸੋਚੀਏ, ਵਿਚਾਰੀਏ ਕਿ ਉਸ ਕਾਰਜ ਨੂੰ ਕਰਦੇ ਸਮੇਂ ਕੀ ਕੀ ਮੁਸ਼ਕਲਾਂ, ਕੀ ਕੀ ਔਕੜਾਂ ਆ ਸਕਦੀਆਂ ਨੇ। ਉਸ ਕਾਰਜ ਦੇ ਦੌਰਾਨ ਕੀ ਕੁਝ ਹਾਦਸਾ ਵਾਪਰ ਸਕਦਾ ਹੈ, ਤੇ ਉਸ ਹਾਦਸੇ ਤੋਂ ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ। ਅਸੀਂ ਇਹ ਸਭ ਕੁਝ ਵੀ ਕਰ ਲਈਏ, ਪਰ ਫਿਰ ਵੀ ਹਾਦਸੇ ਵਾਪਰਦੇ ਨੇ। ਸਿਹਤਮੰਦ, ਚੰਗੀ ਖੁਰਾਕ ਖਾਣ ਵਾਲੇ, ਵਧੀਆ ਕਸਰਤ ਕਰਨ ਵਾਲੇ ਮਨੁੱਖਾਂ ਨੂੰ ਵੀ ਬਿਮਾਰੀਆਂ ਲੱਗਦੀਆਂ ਨੇ, ਮੌਤਾਂ ਵੀ ਹੋ ਜਾਂਦੀਆਂ ਨੇ। ਸੋ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਆਪਣੇ ਆਪ ਨੂੰ ਬਚਾ ਕੇ ਰੱਖਣਾ ਸਾਡੇ ਹੱਥ ਵੱਸ ਹੈ? ਇਸ ਸਭ ਤੋਂ ਇਹ ਗੱਲ ਸਾਬਿਤ ਹੋ ਜਾਂਦੀ ਹੈ ਕਿ ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਹੁਣ ਇਸੇ ਹੀ ਗੱਲ ਦਾ ਦੂਜਾ ਪੱਖ ਵੇਖਦੇ ਹਾਂ। ਦੂਜਾ ਸਵਾਲ ਇਹ ਪੈਦਾ ਹੋ ਸਕਦਾ ਹੈ ਕਿ ਜੇਕਰ ਇਹੀ ਗੱਲ ਹੈ ਤਾਂ ਅਸੀਂ ਆਪਣੀ ਸਿਹਤ ਦਾ ਇੰਨਾ ਧਿਆਨ ਕਿਉਂ ਰੱਖਦੇ ਹਾਂ? ਅਸੀਂ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਉਹਦੀ ਪਲੈਨਿੰਗ ਕਿਉਂ ਕਰਦੇ ਹਾਂ? ਜੇ ਅਸੀਂ ਕੋਈ ਸਾਧਨ ਚਲਾ ਰਹੇ ਹਾਂ
ਕੋਈ ਵਹੀਕਲ ਚਲਾ ਰਹੇ ਹਾਂ, ਡਰਾਈਵਿੰਗ ਕਰ ਰਹੇ ਹਾਂ, ਤਾਂ ਅਸੀਂ ਨਿਯਮਾਂ ਦਾ ਪਾਲਣ ਕਿਉਂ ਕਰਦੇ ਹਾਂ? ਸੀਟ ਬੈਲਟ ਕਿਉਂ ਪਾਉਂਦੇ ਹਾਂ? ਹੈਲਮਟ ਕਿਉਂ ਪਹਿਨਦੇ ਹਾਂ? ਜੇਕਰ ਸਭ ਕੁਝ ਉਸ ਪਰਮਾਤਮਾ ਦੇ ਹੱਥ ਹੀ ਹੈ, ਜੇਕਰ ਉਹਨੇ ਹੀ ਨਿਰਧਾਰਿਤ ਕਰਨਾ ਹੈ ਕਿ ਕਦੋਂ ਅਸੀਂ ਜੀਵਤ ਰਹਿਣਾ ਹੈ, ਕਦੋਂ ਅਸੀਂ ਮਰਨਾ ਹੈ, ਤਾਂ ਅਸੀਂ ਇਹ ਸਭ ਕੁਝ ਕਿਉਂ ਕਰਦੇ ਹਾਂ? ਤਾਂ ਇੱਥੇ ਇਹ ਗੱਲ ਜਾਣ ਲੈਣੀ ਜ਼ਰੂਰੀ ਹੈ ਕਿ ਸਾਰੇ ਮਨੁੱਖ ਇੱਦਾਂ ਨਹੀਂ ਕਰਦੇ। ਕਈ ਕਰਦੇ ਨੇ, ਕਈ ਆਪਣਾ ਧਿਆਨ ਰੱਖਦੇ ਨੇ, ਕਈ ਨਹੀਂ ਰੱਖਦੇ। ਡਰਾਈਵਿੰਗ ਕਰਦੇ ਵਕਤ ਨਿਯਮਾਂ ਦਾ ਪਾਲਣ ਕਈ ਲੋਕ ਕਰਦੇ ਨੇ, ਕਈ ਨਹੀਂ ਕਰਦੇ। ਦੋਨਾਂ ਹੀ ਸਥਿਤੀਆਂ ਦੇ ਵਿੱਚ ਦੋਨਾਂ ਨੂੰ ਵੱਖੋ ਵੱਖਰੀ ਅਕਲ ਦੇਣ ਵਾਲਾ ਉਹ ਪਰਮਾਤਮਾ ਹੈ। ਜਿਸ ਦਿਮਾਗ ਦੀ ਵਰਤੋਂ ਕਰਕੇ ਅਸੀਂ ਇਸ ਧਰਤੀ ਦੇ ਉੱਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਨਿਯਮ ਬਣਾਏ ਨੇ, ਚੀਜ਼ਾਂ ਬਣਾਈਆਂ ਨੇ, ਦਵਾਈਆਂ ਬਣਾਈਆਂ ਨੇ, ਉਹ ਦਿਮਾਗ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੈ। ਇਹ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ। ਜਦੋਂ ਅਸੀਂ ਇਹਨਾਂ ਗੱਲਾਂ ਨੂੰ ਵੀ ਵਿਚਾਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਪੱਕਾ ਨਿਸ਼ਚਾ ਹੋ ਜਾਂਦਾ ਹੈ ਕਿ ਮਾਨੁਖ ਕੈ ਕਿਛ ਨਾਹੀ ਹਾਥ। ਜੇਕਰ ਉਹ ਪ੍ਰਮਾਤਮਾ ਸਾਨੂੰ ਇਹ ਦਿਮਾਗ ਹੀ ਨਾ ਦੇਵੇ ਤਾਂ ਅਸੀਂ ਕੀ ਕਰ ਲਵਾਂਗੇ? ਅਸੀਂ ਇਹ ਤੇ ਕੰਟਰੋਲ ਨਹੀਂ ਕਰ ਸਕਦੇ ਕਿ ਮਾਤਾ ਦੇ ਗਰਭ ਦੇ ਵਿੱਚ ਬੱਚੇ ਨੇ ਕਿਵੇਂ ਵਿਕਾਸ ਕਰਨਾ ਹੈ, ਕਿਵੇਂ ਉਹਦੇ ਸਾਰੇ ਅੰਗ ਬਣਨੇ ਨੇ। ਉੱਥੇ ਜੇਕਰ ਪ੍ਰਮਾਤਮਾ ਬੱਚਾ ਹੀ ਐਸਾ ਪੈਦਾ ਕਰ ਦਵੇ ਵੀ ਜਿਹਦੇ ਕੋਲ ਦਿਮਾਗ ਹੋਵੇ ਹੀ ਨਾ, ਤੇ ਅਸੀਂ ਕੀ ਕਰ ਸਕਦੇ ਹਾਂ? ਕੀ ਅਸੀਂ ਉਸ ਪ੍ਰਕਿਰਿਆ ਨੂੰ ਕੰਟਰੋਲ ਕਰ ਸਕਦੇ ਹਾਂ? ਨਹੀਂ। ਮਾਨੁਖ ਕੈ ਕਿਛ ਨਾਹੀ ਹਾਥ। ਜੇਕਰ ਅਸੀਂ ਜੀਵਨ ਦੇ ਵਿੱਚ ਸੁਖੀ ਰਹਿਣਾ ਹੈ ਤਾਂ ਤਿਸ ਕਾ ਹੁਕਮ ਬੂਝ ਸੁਖ ਹੋਏ। ਪਰਮਾਤਮਾ ਦੇ ਇਸ ਹੁਕਮ ਨੂੰ ਬੁੱਝਣਾ ਪੈਣਾ ਹੈ ਕਿ ਸਾਡੇ ਜੀਵਨ ਦੇ ਵਿੱਚ ਵਰਤਣ ਵਾਲੇ ਵਰਤਾਰੇ, ਸਾਨੂੰ ਮਿਲੀ ਹੋਈ ਅਕਲ ਉਸ ਪਰਮਾਤਮਾ ਦੀ ਬਖਸ਼ੀ ਹੋਈ ਹੈ। ਉਹਦੇ ਹੁਕਮ ਅਨੁਸਾਰ ਸਾਨੂੰ ਜੋ ਵੀ ਮਿਲਿਆ ਹੈ ਉਹ ਮਿਲਿਆ ਹੈ। ਇਸ ਲਈ ਤਿਸ ਕਾ ਨਾਮ ਰੱਖ ਕੰਠ ਪਰੋਏ। ਉਸ ਪਰਮਾਤਮਾ ਦਾ ਨਾਮ ਆਪਣੇ ਕੰਠ ਦੇ ਵਿੱਚ, ਆਪਣੇ ਗਲੇ ਦੇ ਵਿੱਚ ਪਰੋ ਕੇ ਰੱਖ, ਉਹਨੂੰ ਹਰ ਵੇਲੇ ਯਾਦ ਰੱਖ। ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਈ। ਸਦਾ ਹੀ ਉਸ ਪਰਮਾਤਮਾ ਨੂੰ ਸਿਮਰ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕੋਈ ਰੁਕਾਵਟ ਨਹੀਂ ਪਏਗੀ। ਸਰੀਰਕ ਤੌਰ 'ਤੇ ਬਹੁਤ ਸਾਰੀਆਂ ਰੁਕਾਵਟਾਂ ਆਉਣਗੀਆਂ। ਤੁਸੀਂ ਕੋਈ ਕੋਸ਼ਿਸ਼ ਕਰੋਗੇ, ਉਹ ਕੋਸ਼ਿਸ਼ ਅਸਫਲ ਵੀ ਹੋਵੇਗੀ। ਸਰੀਰਕ ਤੌਰ 'ਤੇ ਵੇਖਿਆ ਉਹ ਇੱਕ ਰੁਕਾਵਟ ਹੈ, ਪਰ ਜਦੋਂ ਤੁਸੀਂ ਪਰਮਾਤਮਾ ਦਾ ਹੁਕਮ ਬੁੱਝਿਆ ਹੋਏ, ਆਤਮਿਕ ਤੌਰ 'ਤੇ, ਮਾਨਸਿਕ ਤੌਰ 'ਤੇ ਤੁਹਾਨੂੰ ਉਹ ਰੁਕਾਵਟ ਨਹੀਂ ਲੱਗਦੀ, ਬਲਕਿ ਉਸ ਪਰਮਾਤਮਾ ਦੇ ਹੁਕਮ ਦੀ ਤਰਜਮਾਨੀ ਲੱਗਦੀ ਹੈ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਗੁਰੂ ਜੀ ਸਾਨੂੰ ਹਦਾਇਤ ਕਰਦੇ ਹਨ ਕਿ ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ। ਆਪਣੇ ਮਨ ਦੇ ਵਿੱਚ ਉਸ ਅਕਾਲ ਪੁਰਖ ਦੀ ਉਸਤਤ ਕਰ, ਤੇ ਹੇ ਮੇਰੇ ਮਨ ਸਦਾ ਸੱਚਾ ਵਿਹਾਰ ਕਰ। ਉਹ ਵਿਹਾਰ ਕਰ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੋਵੇ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਜੀਵ ਦੇ ਨਾਲ ਮਿੱਠਾ ਨਾਮ ਅੰਮ੍ਰਿਤ ਪੀ। ਇਸ ਤਰ੍ਹਾਂ ਆਪਣੀ ਜਿੰਦ ਨੂੰ ਸਦਾ ਲਈ ਸੁਹੇਲੀ ਕਰ ਲੈ, ਸੁਖੀ ਕਰ ਲੈ। ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਆਪਣੀਆਂ ਅੱਖਾਂ ਦੇ ਨਾਲ ਅਕਾਲ ਪੁਰਖ ਦਾ ਇਹ ਜਗਤ ਤਮਾਸ਼ਾ ਵੇਖ। ਜੇ ਸਾਧ ਸੰਗਤ ਦੇ ਵਿੱਚ ਜੁੜ ਜਾਵੇਂ, ਭਲਿਆਂ ਦੀ ਸੰਗਤ ਦੇ ਵਿੱਚ ਟਿਕ ਜਾਵੇਂ, ਤਾਂ ਬਾਕੀ ਸਭਨਾਂ ਦਾ ਸੰਗ ਬਿਨਸ ਜਾਂਦਾ ਹੈ। ਪਰਿਵਾਰ, ਮਿੱਤਰ, ਰਿਸ਼ਤੇਦਾਰਾਂ ਦਾ ਸੰਗ ਦਾ ਜੋ ਮੋਹ ਹੈ ਉਹ ਬਿਨਸ ਜਾਂਦਾ ਹੈ। ਚਰਨ ਚੱਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਆਪਣੇ ਕਦਮਾਂ ਦੇ ਨਾਲ, ਆਪਣੇ ਪੈਰਾਂ ਦੇ ਨਾਲ ਉਸ ਰੱਬ ਦੇ ਰਾਹ 'ਤੇ ਤੁਰ। ਪ੍ਰਭੂ ਨੂੰ ਜੇ ਇੱਕ ਬਿੰਦ ਵੀ ਜਪੀਏ, ਭਾਵ ਕਿ ਇੱਕ ਪਲ ਦੇ ਲਈ ਰਤਾ ਭਰ ਵੀ ਜਪ ਲਈਏ, ਤਾਂ ਮਨ ਤੋਂ ਪਾਪ ਦੂਰ ਹੋ ਜਾਂਦੇ ਨੇ। ਕਰ ਹਰ ਕਰਮ, ਸ਼ਰਵਨ ਹਰ ਕਥਾ।
ਆਪਣੇ ਹੱਥਾਂ ਦੇ ਨਾਲ ਉਸ ਪ੍ਰਭੂ ਦੇ ਰਾਹ ਦੇ ਕੰਮ ਕਰ ਤੇ ਕੰਨਾਂ ਦੇ ਨਾਲ ਉਸ ਦੀ ਵਡਿਆਈ ਸੁਣ, ਉਹਦੀ ਕਥਾ ਸੁਣ। ਹਰ ਦਰਗਾਹ ਨਾਨਕ ਉਜਲ ਮੱਥਾ। ਇਸ ਪ੍ਰਕਾਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੇਰਾ ਮੱਥਾ ਉਜਵਲ ਹੋਏਗਾ। ਬਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਜਿਹੜੇ ਮਨੁੱਖ ਸਦਾ ਹੀ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਨ, ਉਹਦੀ ਸਿਫਤ ਸਲਾਹ ਕਰਦੇ ਹਨ, ਉਹ ਮਨੁੱਖ ਇਸ ਜਗਤ ਦੇ ਵਿੱਚ ਵੱਡੇ ਭਾਗਾਂ ਵਾਲੇ ਹਨ, ਵਡਭਾਗੀ ਹਨ। RAM ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਜੋ RAM ਨਾਮ ਦੀ ਵਿਚਾਰ ਕਰਦੇ ਹਨ, ਅਕਾਲ ਪੁਰਖ ਦੇ ਨਾਮ ਦਾ ਧਿਆਨ ਧਰਦੇ ਹਨ, ਇਸ ਸੰਸਾਰ ਦੇ ਵਿੱਚ ਉਹਨਾਂ ਨੂੰ ਧਨਵੰਤ ਗਿਣੋ। ਇਹ ਸਮਝੋ ਕਿ ਉਹ ਮਨੁੱਖ ਧਨੀ ਹਨ ਤੇ ਰੱਜੇ ਹੋਏ ਹਨ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਜਿਹੜੇ ਭਲੇ ਲੋਕ ਮਨ ਤਨ ਤੇ ਮੁਖ ਦੇ ਵਿੱਚੋਂ ਉਸ ਪ੍ਰਭੂ ਦਾ ਨਾਮ ਉਚਾਰਦੇ ਹਨ ਤੇ ਸਦਾ ਹੀ ਉਚਾਰਦੇ ਰਹਿੰਦੇ ਹਨ, ਉਹਨਾਂ ਨੂੰ ਸਦਾ ਹੀ ਸੁਖੀ ਜਾਣੋ। ਏਕੋ ਏਕ ਏਕ ਪਛਾਨੈ, ਇਤ ਉਤ ਕੀ ਉਹ ਸੋਝੀ ਜਾਣੈ। ਜਿਸ ਮਨੁੱਖ ਨੇ ਕੇਵਲ ਇੱਕ ਪ੍ਰਭੂ ਨੂੰ ਪਛਾਣ ਲਿਆ, ਹਰ ਥਾਂ ਵਿਆਪਕ ਤੱਕ ਲਿਆ, ਉਹਨੂੰ ਇਤ ਉਤ ਦੀ ਲੋਕ ਪਰਲੋਕ ਦੀ ਸਮਝ ਪੈ ਜਾਂਦੀ ਹੈ, ਜ਼ਿੰਦਗੀ ਦੇ ਸਾਰੇ ਹੀ ਸਫ਼ਰ ਦੀ ਸਮਝ ਆ ਜਾਂਦੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ। ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ, ਪ੍ਰਭੂ ਦੇ ਨਾਮ ਦੇ ਵਿੱਚ ਮੰਨ ਜਾਂਦਾ ਹੈ, ਜਿਸ ਨੂੰ ਪ੍ਰਭੂ ਦੇ ਨਾਮ ਦੇ ਵਿੱਚੋਂ ਆਨੰਦ ਆਉਂਦਾ ਹੈ, ਹੇ ਨਾਨਕ ਇਹ ਸਮਝ ਲਓ ਕਿ ਉਹਨੇ ਪ੍ਰਭੂ ਨੂੰ ਪਛਾਣ ਲਿਆ ਹੈ। ਗੁਰ ਪ੍ਰਸਾਦ ਆਪਨ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਗੁਰ ਪ੍ਰਸਾਦ ਜਾਣੀ ਕਿ ਗੁਰੂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਨੂੰ ਆਪਣੇ ਆਪ ਦੀ ਸੋਝੀ ਪੈ ਜਾਂਦੀ ਹੈ, ਗੁਰ ਪ੍ਰਸਾਦ ਆਪਨ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਇਹ ਜਾਣ ਲਵੋ ਕਿ ਉਹਦੀ ਸਾਰੀ ਹੀ ਤ੍ਰਿਸ਼ਨਾ ਮਿਟ ਜਾਂਦੀ ਹੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਜੋ ਰੱਬ ਦਾ ਪਿਆਰਾ ਸਤ ਸੰਗ ਦੇ ਵਿੱਚ ਜੁੜ ਕੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਾ ਹੈ, ਉਹ ਸਾਰੇ ਹੀ ਰੋਗਾਂ ਤੋਂ ਬਚ ਜਾਂਦਾ ਹੈ। ਅਨ ਦਿਨ ਕੀਰਤਨ ਕੇਵਲ ਵਖਿਆਨ, ਗ੍ਰਸਤ ਮੈਂ ਸੋਈ ਨਿਰਵਾਨ। ਜੋ ਮਨੁੱਖ ਹਰ ਰੋਜ਼ ਉਸ ਪ੍ਰਭੂ ਦਾ ਕੀਰਤਨ ਉਚਾਰਦਾ ਹੈ, ਜਿਸ ਦੇ ਮਨ ਵਿੱਚ ਹਰ ਵਕਤ ਉਸ ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ, ਉਹ ਮਨੁੱਖ ਗ੍ਰਹਿਸਤ ਦੇ ਵਿੱਚ ਰਹਿੰਦਾ ਹੋਇਆ, ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਵੀ ਪਰਿਵਾਰ ਦੇ ਮੋਹ ਤੋਂ, ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਨਿਰਵਾਨ ਰਹਿੰਦਾ ਹੈ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਜਿਸ ਮਨੁੱਖ ਦੀ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਤੇ ਟੇਕ ਹੈ, ਅਕਾਲ ਪੁਰਖ ਤੇ ਆਸ ਹੈ, ਉਹਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੂਖ। ਜਿਸ ਮਨ ਦੇ ਵਿੱਚ ਪਾਰ ਬ੍ਰਹਮ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਹੇ ਨਾਨਕ ਉਸ ਮਨੁੱਖ ਨੂੰ ਕਦੇ ਕੋਈ ਦੁੱਖ ਭੋ ਨਹੀਂ ਸਕਦਾ। ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿੱਚ ਸਦਾ ਯਾਦ ਰਹਿੰਦਾ ਹੈ, ਉਹ ਮਨੁੱਖ ਸੰਤ ਹੋ ਜਾਂਦਾ ਹੈ, ਸੁਖੀ ਹੋ ਜਾਂਦਾ ਹੈ, ਕਦੇ ਵੀ ਡੋਲਦਾ ਨਹੀਂ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜਿਸ ਮਨੁੱਖ ਉੱਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ, ਗੁਰੂ ਜੀ ਕਹਿੰਦੇ ਦੱਸੋ ਉਹ ਸੇਵਕ ਕਿਸ ਤੋਂ ਡਰਦਾ ਹੈ। ਭਾਵ ਕਿ ਉਹ ਸੇਵਕ ਜੋ ਹੈ ਉਹ ਕਿਸੇ ਤੋਂ ਵੀ ਡਰਦਾ ਨਹੀਂ,
क्यों नहीं डरदा, क्योंकि जैसा सा तैसा दृष्ट आया, अपने कारज मह आप समाया। क्योंकि उसनूं ਉਹ ਪ੍ਰਭੂ ਜਿਹੋ ਜਿਹਾ ਹੈ ਉਹੋ ਜਿਹਾ ਹੀ ਦਿਸ ਪੈਂਦਾ ਹੈ। ਤੇ ਉਹ ਪ੍ਰਭੂ ਕਿਹੋ ਜਿਹਾ ਹੈ? ਆਪਣੇ ਕਾਰਜ ਮਹਿ ਆਪ ਸਮਾਇਆ। ਪ੍ਰਭੂ ਦਾ ਕਾਰਜ ਕੀ ਹੈ? ਇਹ ਸਾਰਾ ਜਗਤ ਜੋ ਉਸਨੇ ਬਣਾਇਆ ਹੈ, ਤੇ ਇਸੇ ਕਾਰਜ ਦੇ ਵਿੱਚ ਭਾਵ ਇਸੇ ਜਗਤ ਦੇ ਵਿੱਚ ਉਹ ਪ੍ਰਭੂ ਸਮਾਇਆ ਹੋਇਆ ਹੈ। ਪ੍ਰਮਾਤਮਾ ਦੇ ਸੇਵਕ ਨੂੰ ਇਹ ਗੱਲ ਜਿਉਂ ਦੀ ਤਿਉਂ ਹੀ ਨਜ਼ਰ ਆ ਜਾਂਦੀ ਹੈ, ਜਿਉਂ ਦੀ ਤਿਉਂ ਹੀ ਸਮਝ ਆ ਜਾਂਦੀ ਹੈ। ਇਸ ਸੰਸਾਰ ਦੇ ਵਿੱਚ ਵਸਿਆ ਹੋਇਆ ਹੀ ਪ੍ਰਮਾਤਮਾ ਉਹਨੂੰ ਨਜ਼ਰ ਹੀ ਪੈ ਜਾਂਦਾ ਹੈ। ਸੋਧਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਇੱਕ ਸੇਵਕ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਉਸ ਪ੍ਰਮਾਤਮਾ ਨੂੰ ਲੈ ਕੇ। ਉਹਦੇ ਮਨ ਦੇ ਵਿੱਚ ਇੱਕ ਤਾਂਘ ਉੱਠਦੀ ਹੈ ਉਸ ਪ੍ਰਮਾਤਮਾ ਦੇ ਦਰਸ਼ਨ ਕਰਨ ਦੀ। ਉਸ ਤਾਂਘ ਨੂੰ, ਉਸ ਵਿਚਾਰ ਨੂੰ ਉਹ ਹਰ ਰੋਜ਼ ਸੋਧਦਾ ਹੈ, ਸੋਧਦਾ ਹੀ ਜਾਂਦਾ ਹੈ, ਸੋਧਦਾ ਹੀ ਜਾਂਦਾ ਹੈ। ਇੱਕ ਦਿਨ ਉਹਨੂੰ ਸਫਲਤਾ ਜ਼ਰੂਰ ਮਿਲ ਜਾਂਦੀ ਹੈ। ਇਸ ਪੰਕਤੀ ਦੇ ਰਾਹੀਂ ਗੁਰੂ ਜੀ ਨੇ ਸਾਨੂੰ ਹਰ ਰੋਜ਼ ਜੋ ਅਸੀਂ ਪਾਠ ਕਰਦੇ ਹਾਂ ਉਹਦੀ ਮਹੱਤਤਾ ਵੀ ਸਮਝਾਈ ਹੈ। ਗੁਰਬਾਣੀ ਦਾ ਪਾਠ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਹੈ, ਉਸ ਪ੍ਰਮਾਤਮਾ ਦੀ ਵਿਚਾਰ ਹੈ। ਇਹ ਨਹੀਂ ਹੈ ਕਿ ਅੱਜ ਅਸੀਂ ਵਿਚਾਰ ਕਰ ਲਈ, ਕੱਲ੍ਹ ਨੂੰ ਜੇ ਅਸੀਂ ਨਹੀਂ ਕਰਦੇ ਤਾਂ ਕੋਈ ਫਰਕ ਨਹੀਂ ਪੈਂਦਾ। ਜੇਕਰ ਉਸ ਪ੍ਰਮਾਤਮਾ ਦੇ ਨਾਲ ਤਨੋ ਮਨੋ ਜੁੜਨਾ ਹੈ, ਉਹਦੀ ਯਾਦ ਆਪਣੇ ਹਿਰਦੇ ਦੇ ਵਿੱਚ ਪੱਕੀ ਕਰਨੀ ਹੈ, ਤਾਂ ਇਹ ਵਿਚਾਰ ਸਾਨੂੰ ਹਰ ਰੋਜ਼ ਕਰਨੀ ਪਏਗੀ, ਨਿਯਮਤ ਤੌਰ 'ਤੇ ਕਰਨੀ ਪਏਗੀ। ਪਰ ਪਾਠ ਕਰਨ ਦਾ ਫਾਇਦਾ ਤਾਂ ਹੈ ਜੇਕਰ ਤੁਸੀਂ ਕੱਲਾ ਕੱਲਾ ਅਰਥ ਸਮਝਦੇ ਹੋ। ਜੇਕਰ ਤੁਸੀਂ ਸਿਰਫ ਪਾਠ ਕਰਦੇ ਪਏ ਹੋ, ਤੁਹਾਨੂੰ ਆਪਣੀ ਸਰਲ ਭਾਸ਼ਾ ਦੇ ਵਿੱਚ ਸਮਝ ਨਹੀਂ ਆ ਰਿਹਾ ਕਿ ਤੁਸੀਂ ਪੜ੍ਹ ਕੀ ਰਹੇ ਹੋ, ਤਾਂ ਉਹ ਫਾਇਦੇਮੰਦ ਨਹੀਂ। ਉਹਦਾ ਤੁਹਾਡੇ ਅੰਦਰ ਫਾਇਦਾ ਕਿ ਤੁਸੀਂ ਉਸ ਪ੍ਰਮਾਤਮਾ ਦੀ ਵਿਚਾਰ ਤੇ ਕਰ ਹੀ ਨਹੀਂ ਪਾ ਰਹੇ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਤੁਸੀਂ ਪੜ੍ਹ ਕੀ ਰਹੇ ਹੋ। ਸੋ ਹਰ ਰੋਜ਼ ਉਸ ਪ੍ਰਮਾਤਮਾ ਦੀ ਵਿਚਾਰ ਜ਼ਰੂਰੀ ਹੈ। ਗੁਰੂ ਸਾਹਿਬ ਨੇ ਸਾਨੂੰ ਬਾਣੀ ਬਖਸ਼ੀ ਹੈ, ਇੱਕ ਜ਼ਰੀਆ ਸਾਨੂੰ ਦਿੱਤਾ ਹੈ ਉਸ ਪ੍ਰਮਾਤਮਾ ਦੀ ਵਿਚਾਰ ਕਰਨ ਦਾ, ਤੇ ਸਾਡਾ ਫਰਜ਼ ਬਣਦਾ ਹੈ ਕਿ ਇਸ ਬਾਣੀ ਨੂੰ ਅਸੀਂ ਸਮਝ ਕੇ ਪੜ੍ਹੀਏ, ਸਾਨੂੰ ਪਤਾ ਲੱਗੇ ਜੋ ਜੋ ਸ਼ਬਦ ਅਸੀਂ ਆਪਣੇ ਮੁਖ ਦੇ ਵਿੱਚੋਂ ਉਚਾਰਨ ਕਰੀਏ ਉਸ ਸ਼ਬਦ ਦਾ ਅਰਥ ਕੀ ਹੈ, ਇਹ ਸਾਨੂੰ ਅੰਦਰ ਪਤਾ ਹੋਵੇ। ਇਸ ਪ੍ਰਕਾਰ ਅਸੀਂ ਸੋਧਤ ਕਰਦੇ ਹੋਏ, ਆਪਣੇ ਵਿਚਾਰ ਨੂੰ ਸੋਧਦੇ ਹੋਏ ਇੱਕ ਦਿਨ ਜ਼ਰੂਰ ਸਫਲ ਹੋਵਾਂਗੇ। ਗੁਰੂ ਦੀ ਸਾਡੇ ਤੇ ਕਿਰਪਾ ਹੋਏਗੀ, ਅਸਲੀਅਤ ਨੂੰ ਅਸੀਂ ਬੁੱਝ ਲਵਾਂਗੇ। ਗੁਰ ਪ੍ਰਸਾਦ ਤਤ ਸਭ ਬੁੱਝਿਆ। ਸਾਡੇ ਜੀਵਨ ਦੀ ਪ੍ਰਮਾਤਮਾ ਦੀ ਅਸਲੀਅਤ ਸਾਨੂੰ ਸਮਝ ਦੇ ਵਿੱਚ ਆ ਜਾਏਗੀ। ਤੇ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਵੀ ਗੁਰੂ ਨਾਨਕ ਸਾਹਿਬ ਦੇ ਅੱਗੇ ਇਹ ਵਿਚਾਰ ਰੱਖਦੇ ਹਨ। ਗੁਰੂ ਨਾਨਕ ਸਾਹਿਬ ਨੂੰ ਧਿਆ ਕੇ ਇਹ ਗੱਲ ਕਹਿੰਦੇ ਹਨ ਕਿ ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਕਹਿੰਦੇ ਕਿ ਹੇ ਨਾਨਕ, ਮੇਰੇ ਤੇ ਵੀ ਗੁਰੂ ਦੀ ਮਿਹਰ ਹੋਈ ਹੈ। ਹੁਣ ਮੈਂ ਜਦੋਂ ਵੀ ਤੱਕਦਾ ਹਾਂ, ਮੈਨੂੰ ਹਰੇਕ ਚੀਜ਼ ਦੇ ਵਿੱਚ ਉਹ ਮੂਲ ਪ੍ਰਮਾਤਮਾ ਨਜ਼ਰ ਆਉਂਦਾ ਹੈ। ਹਰ ਵਸਤ, ਹਰ ਜੀਵ ਮੈਨੂੰ ਉਸ ਮੁੱਢ ਦਾ ਹੀ ਅੰਸ਼ ਜਾਪਦਾ ਹੈ। ਮੈਨੂੰ ਇਹ ਦਿਸਦਾ ਹੈ ਕਿ ਅਸਥੂਲ ਭਾਵ ਦ੍ਰਿਸ਼ਟਮਾਨ ਇਹ ਜਗਤ ਵੀ ਉਸ ਪ੍ਰਮਾਤਮਾ ਦਾ ਹੀ ਹੈ। ਇਸ ਜਗਤ ਦੇ ਵਿੱਚ ਵੀ ਉਹ ਪ੍ਰਮਾਤਮਾ ਆਪ ਵਸਿਆ ਹੋਇਆ ਹੈ, ਤੇ ਸੂਖਮ ਭਾਵ ਜੀਵ ਆਤਮਾ ਜੋ ਸਾਨੂੰ ਦਿਖਦੀ ਨਹੀਂ, ਉਹਦੇ ਵਿੱਚ ਵੀ ਪ੍ਰਮਾਤਮਾ ਦੀ ਜੋਤੀ ਮੌਜੂਦ ਹੈ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਸ ਜਗਤ ਦੇ ਵਿੱਚ ਗੁਰੂ ਜੀ ਕਹਿੰਦੇ ਨਾ ਕੁਝ ਜੰਮਦਾ ਹੈ ਨਾ ਕੁਝ ਮਰਦਾ ਹੈ।
ਇਹ ਤੇ ਇੱਕ ਪ੍ਰਮਾਤਮਾ ਦੀ ਖੇਡ ਬਣਾਈ ਹੋਈ ਹੈ। ਆਪਣੀ ਖੇਡ ਉਹ ਪ੍ਰਮਾਤਮਾ ਆਪ ਹੀ ਖੇਡ ਰਿਹਾ ਹੈ। ਆਪਣਾ ਇਹ ਤਮਾਸ਼ਾ ਆਪ ਹੀ ਰਚ ਰਿਹਾ ਹੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਜੰਮਣਾ ਮਰਨਾ, ਦਿਸਦਾ ਤੇ ਅਣਦਿਸਦਾ, ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਦੇ ਵਿੱਚ ਤੁਰਨ ਵਾਲਾ ਬਣਾ ਦਿੱਤਾ ਹੈ। ਬੇਸ਼ੱਕ ਜੰਮਣ ਮਰਨ ਦਾ ਖੇਡ ਹੈ ਤੇ ਬੇਸ਼ੱਕ ਦਿਸਦਾ ਤੇ ਅਣਦਿਸਦਾ ਸੰਸਾਰ ਹੈ। ਇਹ ਸਭ ਕੁਝ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ। ਸਗਲ ਮਹਿ ਭਾਵ ਕਿ ਸਾਰੇ ਹੀ ਜੀਵਾਂ ਦੇ ਵਿੱਚ ਉਹ ਪ੍ਰਮਾਤਮਾ ਆਪ ਵਸਿਆ ਹੋਇਆ ਹੈ। ਅਨੇਕ ਜੁਗਤ, ਅਨੇਕਾਂ ਤਰੀਕਿਆਂ ਦੇ ਨਾਲ ਉਹ ਇਸ ਜਗਤ ਨੂੰ ਬਣਾ ਰਿਹਾ ਹੈ ਤੇ ਨਾਸ਼ ਕਰ ਰਿਹਾ ਹੈ। ਅਬਿਨਾਸ਼ੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਮੰਡ। ਬੇਸ਼ੱਕ ਉਹ ਪ੍ਰਮਾਤਮਾ ਇਸ ਸੰਸਾਰ ਨੂੰ ਬਣਾ ਰਿਹਾ ਹੈ, ਢਾ ਰਿਹਾ ਹੈ, ਥਾਪ ਉਥਾਪ ਕਰ ਰਿਹਾ ਹੈ, ਪਰ ਉਹ ਖੁਦ ਅਬਿਨਾਸ਼ੀ ਹੈ। ਉਹਦਾ ਵਿਨਾਸ਼ ਨਹੀਂ ਹੋ ਸਕਦਾ, ਉਹਦਾ ਕੋਈ ਟੋਟਾ ਨਹੀਂ ਹੋ ਸਕਦਾ। ਸਾਰੇ ਹੀ ਬ੍ਰਹਮੰਡ ਦੀ ਰਚਨਾ ਉਹ ਆਪ ਰਚ ਰਿਹਾ ਹੈ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਉਸ ਵਿਆਪਕ ਪ੍ਰਭੂ ਦਾ ਪ੍ਰਤਾਪ, ਉਸ ਪ੍ਰਤਾਪ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਸ ਪ੍ਰਤਾਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਨਾਨਕ, ਜੇਕਰ ਉਹ ਪ੍ਰਭੂ ਆਪ ਆਪਣਾ ਨਾਮ ਜਪਾਏ ਤਾਂ ਹੀ ਜੀਵ ਉਸ ਪ੍ਰਭੂ ਦਾ ਜਾਪ ਕਰ ਸਕਦੇ ਹਨ। ਜਿਨ ਪ੍ਰਭ ਜਾਤਾ ਸੋ ਸ਼ੋਭਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ। ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਪਛਾਣ ਲਿਆ, ਉਹਨੂੰ ਜਾਣ ਲਿਆ, ਉਹ ਸ਼ੋਭਾ ਵਾਲੇ ਹੋ ਗਏ। ਸਾਰਾ ਹੀ ਸੰਸਾਰ ਉਹਨਾਂ ਦੇ ਉਪਦੇਸ਼ਾਂ ਨਾਲ ਵਿਕਾਰਾਂ ਤੋਂ ਬਚ ਗਿਆ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਉਸ ਪ੍ਰਮਾਤਮਾ ਦੇ ਭਗਤ ਸਾਰਿਆਂ ਦਾ ਕਲਿਆਣ ਕਰਨ ਦੇ ਸਮਰੱਥ ਹਨ, ਸਭ ਨੂੰ ਬਚਾਉਣ ਜੋਗੇ ਹਨ, ਸਾਰਿਆਂ ਦੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਆਪਣੇ ਸੇਵਕਾਂ ਦੇ ਉੱਪਰ ਕਿਰਪਾ ਕਰਕੇ ਉਸ ਪ੍ਰਮਾਤਮਾ ਨੇ ਖੁਦ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਸਤਿਗੁਰੂ ਦਾ ਸ਼ਬਦ ਜਪ ਕੇ ਉਸ ਪ੍ਰਮਾਤਮਾ ਦੇ ਸੇਵਕ ਖਿੜ ਜਾਂਦੇ ਹਨ, ਨਿਹਾਲ ਹੋ ਜਾਂਦੇ ਹਨ। ਉਨਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰੈ ਬਡ ਭਾਗੈ। ਪ੍ਰਮਾਤਮਾ ਦੇ ਸੇਵਕਾਂ ਦੀ ਸੇਵਾ ਦੇ ਵਿੱਚ ਉਹੀ ਮਨੁੱਖ ਰੁੱਝਦੇ ਹਨ ਜਿਨ੍ਹਾਂ ਦੇ ਉੱਪਰ ਉਹ ਪ੍ਰਮਾਤਮਾ ਖੁਦ ਕਿਰਪਾ ਕਰਦਾ ਹੈ ਤੇ ਉਹਨਾਂ ਨੂੰ ਵੱਡੇ ਭਾਗਾਂ ਵਾਲੇ ਬਣਾ ਦਿੰਦਾ ਹੈ। ਨਾਮ ਜਪਤ ਪਾਵੈ ਵਿਸ਼ਰਾਮ, ਨਾਨਕ ਤਿੰਨ ਪੁਰਖ ਕੋ ਊਤਮ ਕਰਮਾਨ। ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਜਪ ਕੇ ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਵਿਸ਼ਰਾਮ ਹਾਸਲ ਕਰ ਲਿਆ, ਅਡੋਲਤਾ ਹਾਸਲ ਕਰ ਲਈ, ਹੇ ਨਾਨਕ, ਉਹਨਾਂ ਮਨੁੱਖਾਂ ਨੂੰ ਉੱਤਮ ਕਰਕੇ ਮੰਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਇਹਨਾਂ ਪੰਕਤੀਆਂ ਦੇ ਵਿੱਚ ਉਸ ਪ੍ਰਮਾਤਮਾ ਦੇ ਸੇਵਕ ਦੀ ਗੱਲ ਹੋ ਰਹੀ ਹੈ ਕਿ ਪ੍ਰਮਾਤਮਾ ਦਾ ਸੇਵਕ ਜੋ ਕੁਝ ਵੀ ਕਰਦਾ ਹੈ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਕਰਦਾ ਹੈ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਉਹ ਸਦਾ ਹੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਵਸਦਾ ਹੈ। ਉਹ ਇੱਕ ਪਲ ਦੇ ਲਈ ਵੀ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ। ਹਰ ਵਕਤ ਉਹਦੇ ਚੇਤੇ ਦੇ ਵਿੱਚ ਪ੍ਰਮਾਤਮਾ ਹੁੰਦਾ ਹੈ। ਇਸੇ ਲਈ ਪ੍ਰਭੂ ਦਾ ਸੇਵਕ ਕਦੇ ਵੀ ਕੁਝ ਗਲਤ ਕੰਮ ਨਹੀਂ ਕਰਦਾ। ਅਕਸਰ ਮਨੁੱਖ ਗਲਤ ਕੰਮ ਉਦੋਂ ਹੀ ਕਰਦਾ ਹੈ ਜਦੋਂ ਉਹ ਆਪਣੇ ਆਪ ਨੂੰ
ਇਕੱਲਾ ਸਮਝ ਬੈਠਦਾ ਹੈ। ਜਦੋਂ ਉਹਨੂੰ ਲੱਗਦਾ ਹੈ ਕਿ ਉਹਨੂੰ ਕੋਈ ਦੇਖ ਨਹੀਂ ਰਿਹਾ, ਉਦੋਂ ਉਹ ਗਲਤ ਕਾਰਜ ਕਰਦਾ ਹੈ। ਤੇ ਪ੍ਰਭੂ ਦਾ ਸੇਵਕ ਆਪਣੇ ਆਪ ਨੂੰ ਕਦੇ ਵੀ ਇਕੱਲਾ ਨਹੀਂ ਸਮਝਦਾ। ਉਹ ਹਰ ਪਲ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦਾ ਹੈ। ਇਸੇ ਲਈ ਉਹ ਕਦੇ ਗਲਤ ਕਾਰਜ ਨਹੀਂ ਕਰਦਾ ਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਦਾ ਹੈ। ਸਹਿਜ ਸੁਭਾਏ ਹੋਵੈ ਸੋ ਹੋਏ, ਕਰਨਾ ਹਾਰ ਪਛਾਣੈ ਸੋਏ। ਸਹਿਜ ਸੁਭਾਅ ਜੋ ਕੁਝ ਵੀ ਵਾਪਰਦਾ ਹੈ, ਪ੍ਰਭੂ ਦੇ ਸੇਵਕ ਉਹਨੂੰ ਵਾਪਰਨ ਦਿੰਦੇ ਹਨ, ਉਹਦੇ ਤੇ ਝੂਰਦੇ ਨਹੀਂ। ਭਾਵ ਕਿ ਪਰਮਾਤਮਾ ਦੇ ਭਾਣੇ ਨੂੰ ਸਿਰ ਮੱਥੇ ਕਰਕੇ ਮੰਨ ਲੈਂਦੇ ਹਨ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਸਭ ਕੁਝ ਕਰਨ ਵਾਲਾ ਪ੍ਰਭੂ ਆਪ ਹੀ ਹੈ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜੋ ਕੁਝ ਵੀ ਪ੍ਰਭੂ ਕਰਦਾ ਹੈ, ਪ੍ਰਭੂ ਦੇ ਸੇਵਕਾਂ ਨੂੰ ਉਹ ਸਭ ਕੁਝ ਮਿੱਠਾ ਹੀ ਲੱਗਦਾ ਹੈ, ਕਿਉਂਕਿ ਉਹਨਾਂ ਨੂੰ ਉਹ ਪ੍ਰਭੂ ਉਵੇਂ ਨਜ਼ਰ ਆ ਗਿਆ ਹੁੰਦਾ ਹੈ ਜਿਵੇਂ ਕਿ ਉਹ ਪਰਮਾਤਮਾ ਸਭ ਸ਼ੈਆਂ ਦੇ ਵਿੱਚ ਵਿਆਪਕ ਹੈ। ਜਿਉਂ ਦੀ ਤਿਉਂ ਉਹ ਪਰਮਾਤਮਾ ਉਹਨਾਂ ਨੂੰ ਨਜ਼ਰੀ ਆ ਗਿਆ ਹੁੰਦਾ ਹੈ। ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਜਿਸ ਪ੍ਰਭੂ ਤੋਂ ਉਹ ਪੈਦਾ ਹੋਏ ਹਨ, ਪਰਮਾਤਮਾ ਦੇ ਸੇਵਕ ਉਸੇ ਪ੍ਰਭੂ ਦੇ ਵਿੱਚ ਲੀਨ ਰਹਿੰਦੇ ਹਨ। ਓਏ ਸੂਖ ਨਿਧਾਨ ਉਨਹੂ ਬਨ ਆਏ। ਇਸ ਪ੍ਰਕਾਰ ਕਰਕੇ ਉਹ ਸੁੱਖ ਨਿਧਾਨ ਹੋ ਜਾਂਦੇ ਹਨ, ਸੁੱਖਾਂ ਦੇ ਖਜ਼ਾਨੇ ਹੋ ਜਾਂਦੇ ਹਨ। ਤੇ ਗੁਰੂ ਜੀ ਕਹਿੰਦੇ ਕਿ ਇਹ ਦਰਜਾ ਪ੍ਰਭੂ ਦੇ ਸੇਵਕਾਂ ਦੇ ਲਈ ਫਬਦਾ ਵੀ ਹੈ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਹੇ ਨਾਨਕ, ਪ੍ਰਭੂ ਨੂੰ ਤੇ ਪ੍ਰਭੂ ਦੇ ਸੇਵਕਾਂ ਨੂੰ ਇੱਕ ਹੀ ਸਮਝੋ। ਪ੍ਰਭੂ ਦੇ ਸੇਵਕਾਂ ਨੂੰ ਮਾਣ ਦੇ ਕੇ ਉਹ ਪ੍ਰਮਾਤਮਾ ਆਪਣੇ ਆਪ ਨੂੰ ਹੀ ਮਾਣ ਦਿੰਦਾ ਹੈ। ਸੋ ਇਹ ਸੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 14ਵੀਂ ਅਸ਼ਟਪਦੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 281ਵੇਂ ਅਤੇ 82ਵੇਂ ਅੰਗ ਤੇ ਵਿਰਾਜਮਾਨ ਹੈ। ਇਸ ਪੂਰੀ ਪੰਕਤੀ ਦਾ ਭਾਵ ਗੁਰੂ ਜੀ ਨੇ ਸ਼ਲੋਕ ਵਾਲੀਆਂ ਪੰਕਤੀਆਂ ਦੇ ਵਿੱਚ ਹੀ ਦੱਸ ਦਿੱਤਾ ਸੀ ਕਿ ਆਪਣੀ ਚਤੁਰਾਈ ਛੱਡ ਕੇ ਉਸ ਪ੍ਰਮਾਤਮਾ ਤੇ ਆਸ ਰੱਖੋ, ਉਸ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾ ਕੇ ਰੱਖੋ। ਤੁਹਾਡਾ ਸਾਰਾ ਹੀ ਵਹਿਮ ਅਤੇ ਡਰ ਦੂਰ ਹੋ ਜਾਏਗਾ। ਤੇ ਅੱਗੇ ਅਸ਼ਟਪਦੀ ਦੇ ਵਿੱਚ ਗੁਰੂ ਜੀ ਨੇ ਵਾਰ-ਵਾਰ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੇ ਲਈ ਪ੍ਰੇਰਿਤ ਕੀਤਾ ਹੈ। ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ, ਉਹਦੀ ਵਿਚਾਰ ਕਰਨ ਦੇ ਲਈ ਤੇ ਉਹਦੀ ਵਿਚਾਰ ਨੂੰ ਸੋਧਦੇ ਰਹਿਣ ਦੇ ਲਈ ਪ੍ਰੇਰਿਤ ਕੀਤਾ ਹੈ, ਤਾਂ ਕਿ ਅਸੀਂ ਉਸ ਪ੍ਰਮਾਤਮਾ ਦੀ ਅਸਲੀਅਤ ਨੂੰ ਸਮਝ ਜਾਈਏ, ਉਹਦੇ ਅਸਲੇ ਨੂੰ ਸਮਝ ਜਾਈਏ। ਇਹ ਮੰਨ ਲਈਏ ਕਿ ਇਸ ਸ੍ਰਿਸ਼ਟੀ ਦਾ ਮੁੱਢ, ਇਸ ਸ੍ਰਿਸ਼ਟੀ ਦੇ ਸਾਰੇ ਹੀ ਵਰਤਾਰਿਆਂ ਦਾ ਮੁੱਢ ਉਹ ਪ੍ਰਮਾਤਮਾ ਆਪ ਹੀ ਹੈ, ਤਾਂ ਕਿ ਅਸੀਂ ਉਸ ਪ੍ਰਮਾਤਮਾ ਨੂੰ ਜਿਉਂ ਦੀ ਤਿਉਂ ਇਸ ਸ੍ਰਿਸ਼ਟੀ ਦੇ ਵਿੱਚ ਜੋ ਉਹਨੇ ਹੀ ਸਾਜੀ ਹੈ, ਇਹਦੇ ਵਿੱਚ ਵਿਆਪਕ ਵੇਖ ਪਾਈਏ। ਅਸੀਂ ਇਹ ਗੱਲ ਸਮਝ ਪਾਈਏ ਕਿ ਦ੍ਰਿਸ਼ਟਮਾਨ ਜਗਤ ਦੇ ਵਿੱਚ ਵੀ ਉਹ ਪਰਮਾਤਮਾ ਆਪ ਰਚਿਆ ਹੋਇਆ ਹੈ ਤੇ ਅਦ੍ਰਿਸ਼ਟ ਜੀਵ ਆਤਮਾ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ। ਅਸ਼ਟਪਦੀ ਦੀਆਂ 8 ਹੀ ਪਦੀਆਂ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਭਰਪੂਰ ਹਨ ਤੇ ਪਰਮਾਤਮਾ ਦੇ ਸੇਵਕਾਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੇ ਪ੍ਰਮਾਤਮਾ ਦੀ ਉਸਤਤ ਸਾਡੇ ਲਈ ਪੇਸ਼ ਕੀਤੀ ਹੈ। ਆਓ ਅਸੀਂ ਵੀ ਉਸ ਪ੍ਰਮਾਤਮਾ ਨੂੰ ਪਲ ਪਲ ਯਾਦ ਰੱਖੀਏ, ਕਦੇ ਵੀ ਆਪਣੇ ਆਪ ਨੂੰ ਇਕੱਲੇ ਨਾ ਸਮਝੀਏ। ਇਸ ਪ੍ਰਕਾਰ ਇੱਕ ਤੇ ਅਸੀਂ ਹੌਸਲੇ ਦੇ ਵਿੱਚ ਰਵਾਂਗੇ ਤੇ ਦੂਸਰਾ ਕੋਈ ਵੀ ਗਲਤ ਕੰਮ ਕਰਨ ਤੋਂ ਵਰਜੇ ਰਹਾਂਗੇ। ਵੀਡੀਓ ਨੂੰ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।